ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਸੀਂ ਵੇਖ ਰਹੇ ਹੋ ਕਥਾ ਗੁਰਬਾਣੀ ਵਿਚਾਰ। ਸੰਗਤ ਜੀ, ਗੁਰੂ ਅਮਰਦਾਸ ਜੀ ਦਾ ਜੀਵਨ ਬਿਰਤਾਂਤ। ਇੱਕ ਵਾਰ ਗੁਰੂ ਜੀ ਨੂੰ ਡੱਲੇ ਪਿੰਡ ਦੇ ਸਿੱਖ ਬੜੇ ਪ੍ਰੇਮ ਨਾਲ ਆਪਣੇ ਪਿੰਡ ਲੈ ਗਏ। ਪਿਰਥੀ ਮੱਲ ਅਤੇ ਭੱਲੇ ਨੇ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਏ ਅਤੇ ਕਹਿਣ ਲੱਗੇ ਕਿ ਸਾਡੀ ਤੁਹਾਡੀ ਜਾਤ ਇੱਕ ਹੈ, ਸਾਨੂੰ ਕੋਈ ਉਪਦੇਸ਼ ਦਿਓ ਜੋ ਕਲਿਆਣ ਦਾ ਸਾਧਨ ਹੋਵੇ। ਗੁਰੂ ਜੀ ਨੇ ਕਿਹਾ, ਜਦ ਸਰੀਰ ਬਿਨਸ ਜਾਂਦਾ ਹੈ ਤਾਂ ਅੱਗੇ ਕੋਈ ਜਾਤ ਪਾਤ ਨਹੀਂ ਰਹਿੰਦੀ। ਜਾਤ ਦਾ ਅਭਿਮਾਨ ਸਭ ਝੂਠ ਹੈ। ਜਿਸ ਨੇ ਨਾਮ ਸਿਮਰਨ ਕੀਤਾ ਹੋਵੇ, ਸਾਧ ਸੰਗਤ ਦੀ ਸੇਵਾ ਕੀਤੀ ਹੋਵੇ, ਉਸ ਦੀ ਪੱਤ ਦਰਗਾਹ ਤੱਕ ਲਿਖੀ ਜਾਂਦੀ ਹੈ। ਗੁਰੂ ਜੀ ਨੇ ਇਹ ਬਚਨ ਸੁਣ ਕੇ ਦੋਵੇਂ ਜਣੇ ਚੁੱਪ ਹੋ ਗਏ। ਫਿਰ ਇੱਕ ਭਾਈ ਮੱਲਣ ਗੁਰੂ ਜੀ ਪਾਸ ਆਇਆ। ਉਹ ਕਿਹਾ, ਮਹਾਰਾਜ ਮੈਨੂੰ ਕੋਈ ਉਪਦੇਸ਼ ਦਿਓ ਜਿਸ ਨਾਲ ਮੇਰੇ ਮਨ ਦੇ ਕਲੇਸ਼ ਮਿਟ ਜਾਣ, ਮਨ ਨੂੰ ਸ਼ਾਂਤੀ ਹੋਵੇ। ਗੁਰੂ ਜੀ ਨੇ ਕਿਹਾ, ਹੰਕਾਰ ਦਾ ਤਿਆਗ ਕਰੋ ਅਤੇ ਸ਼ਰਧਾ ਨਾਲ ਸੰਤਾਂ ਦੀ ਅੰਨ ਬਸਤਰ ਦੀ ਸੇਵਾ ਅਤੇ ਸਤਨਾਮ ਦਾ ਸਿਮਰਨ ਕਰੋ, ਮਨ ਨੂੰ ਸ਼ਾਂਤੀ ਹੋ ਜਾਏਗੀ। ਉਸ ਉਪਰੰਤ ਉਗਰਸੇਨ ਦੀਪਾ ਰਾਮੂ ਗੌਰੀ ਗੁਰੂ ਜੀ ਪਾਸ ਆਏ ਅਤੇ ਬੇਨਤੀ ਕੀਤੀ ਕਿ ਸਾਨੂੰ ਉਪਦੇਸ਼ ਦਿਓ। ਗੁਰੂ ਜੀ ਨੇ ਕਿਹਾ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੋ, ਗੁਰੂ ਦੀ ਬਾਣੀ ਪ੍ਰੇਮ ਅਤੇ ਸ਼ਰਧਾ ਨਾਲ ਪੜ੍ਹਿਆ ਕਰੋ, ਸੁਣਿਆ ਕਰੋ। ਦਿਨ ਵਿੱਚ 4 ਘੜੀਆਂ ਵਾਸਤੇ ਮਨ ਨੂੰ ਪ੍ਰਮਾਤਮਾ ਦੇ ਸਿਮਰਨ ਵਿੱਚ ਜੋੜਿਆ ਕਰੋ। ਇਸ ਤਰ੍ਹਾਂ ਕਰਿਆ ਕਰੋਗੇ ਤਾਂ ਹਲਤ ਪਲਤ ਤੁਹਾਡਾ ਰਾਖਾ ਗੁਰੂ ਹੋਵੇਗਾ, ਸਾਰੇ ਕਾਰਜ ਗੁਰੂ ਸਵਾਰੇਗਾ। ਫਿਰ ਹੋਰ 4 ਸਿੱਖ ਗੋਪੀ ਰਾਮੂ ਮਹਿਤਾ ਮੋਹਨ ਮੱਲ ਅਤੇ ਅਮਰੂ ਗੁਰੂ ਜੀ ਪਾਸ ਦਰਸ਼ਨ ਕਰਨ ਆਏ। ਬੇਨਤੀ ਕੀਤੀ, ਮਹਾਰਾਜ ਸਾਨੂੰ ਉਹ ਉਪਦੇਸ਼ ਦਿਓ ਜਿਸ ਨਾਲ ਸਾਡਾ ਉਧਾਰ ਹੋ ਜਾਵੇ। ਗੁਰੂ ਜੀ ਨੇ ਕਿਹਾ, ਹਉਮੈ ਬੰਧਨ ਰੂਪ ਹੋ ਸਭ ਨੂੰ ਚੰਬੜੀ ਹੋਈ ਹੈ, ਜਿਸ ਨਾਲ ਪਰਮੇਸ਼ਰ ਦੀ ਯਾਦ ਭੁੱਲ ਜਾਂਦੀ ਹੈ। ਇਸ ਵਾਸਤੇ ਇਸ ਨੂੰ ਤਿਆਗ ਕਰਕੇ ਗੁਰੂ ਉਪਦੇਸ਼ ਨਾਲ ਮਨ ਨੂੰ ਜੋੜੋ। ਹੌਲੀ ਹੌਲੀ ਆਪਣੀ ਬਿਰਤੀ ਨੂੰ ਅੰਦਰ ਆਪਣੀ ਆਤਮਾ ਵੱਲ ਮੋੜੋ। ਕਿਸੇ ਨਾਲ ਈਰਖਾ ਦਵੇਸ਼ ਨਾ ਕਰੋ, ਦਇਆ ਅਤੇ ਸਹਿਨਸ਼ੀਲਤਾ ਧਾਰਨ ਕਰੋ, ਤੁਹਾਡਾ ਉਧਾਰ ਹੋ ਜਾਏਗਾ। ਉਪਰੰਤ ਗੰਗੂ, ਸਹਾਰੂ ਅਤੇ ਭਾਰੂ ਤਿੰਨਾਂ ਨੇ ਗੁਰੂ ਜੀ ਤੋਂ ਉਪਦੇਸ਼ ਲੈਣ ਵਾਸਤੇ ਬੇਨਤੀ ਕੀਤੀ। ਗੁਰੂ ਜੀ ਨੇ ਕਿਹਾ, ਆਪਣੀ ਨੇਕ ਕਮਾਈ ਕਰੋ ਅਤੇ ਵੰਡ ਕੇ ਖਾਓ। ਸਭ ਨਾਲ ਮਿੱਠਾ ਬੋਲੋ, ਕਿਸੇ ਨੂੰ ਕੌੜਾ ਬੋਲ ਨਾ ਬੋਲੋ। ਅਤਿਥੀ ਨੂੰ ਪਹਿਲਾਂ ਭੋਜਨ ਛਕਾ ਕੇ ਫਿਰ ਆਪ ਛਕੋ ਤਾਂ ਇਹ ਭੋਜਨ ਮਹਾ ਪਵਿੱਤਰ ਹੁੰਦਾ ਹੈ। ਸਤਨਾਮ ਦਾ ਸਿਮਰਨ ਸਦਾ ਹੀ ਮਨ ਵਿੱਚ ਵਸਾਈ ਰੱਖੋ, ਤੁਹਾਨੂੰ ਪਰਮ ਪਦ ਦੀ ਪ੍ਰਾਪਤੀ ਹੋਵੇਗੀ। ਇਹਨਾਂ ਦੇ ਪਿੱਛੋਂ ਖਾਨ, ਛੁਰਾ, ਬੇਗਾ, ਨੰਦ ਸੁਦਨਾ, ਝੰਡਾ ਅਤੇ ਪੁਰੇ ਆਦਿ ਕੁਝ ਸਿੱਖਾਂ ਨੇ ਆਪ ਜੀ ਦੇ ਦਰਸ਼ਨ ਕਰਕੇ ਪੁੱਛਿਆ, ਮਹਾਰਾਜ ਮੁਕਤੀ ਕਿਸ ਤਰ੍ਹਾਂ ਮਿਲ ਸਕਦੀ ਹੈ? ਗੁਰੂ ਜੀ ਨੇ ਬਚਨ ਕੀਤਾ, ਇਹ ਕਲਯੁਗ ਦਾ ਸਮਾਂ ਹੈ। ਪਹਿਲੇ ਯੁਗਾਂ ਵਿੱਚ ਜਗ ਹੋਮ ਕਰਕੇ ਦੇਵਤਿਆਂ ਨੂੰ ਪ੍ਰਸੰਨ ਕੀਤਾ ਜਾਂਦਾ ਸੀ। ਹੁਣ ਸਿੱਖਾਂ ਨੂੰ ਸੰਤਾਂ ਮਹਾਤਮਾ ਨੂੰ ਭੋਜਨ ਦੇਣ ਨਾਲ ਉਸ ਜਗ ਹੋਮ ਦੇ ਬਰਾਬਰ ਹੀ ਫਲ ਹੋਵੇਗਾ। ਪ੍ਰੇਮਾ ਭਗਤੀ ਦਾ ਆਸਰਾ ਲੈ ਕੇ ਵਾਹਿਗੁਰੂ ਨਾਮ ਨੂੰ ਹਿਰਦੇ ਵਿੱਚ ਵਸਾਓਗੇ ਤਾਂ ਗ੍ਰਸਥ ਦੇ ਸੁੱਖਾਂ ਵਿੱਚ ਬੈਠੇ ਰਹਿਣਾ ਵੀ ਐਸਾ ਹੀ ਹੋਵੇਗਾ ਜਿਸ ਤਰ੍ਹਾਂ ਕਿ ਬਨ ਵਿੱਚ ਤਪ ਕਰਨਾ ਹੁੰਦਾ ਹੈ। ਫਿਰ ਮਲਿਆਰੂ ਅਤੇ ਸਵਾਰੂ 2 ਛੀਂਬਿਆਂ ਨੇ ਬੇਨਤੀ ਕੀਤੀ ਕਿ ਮਹਾਰਾਜ ਸਾਨੂੰ ਉਪਦੇਸ਼ ਬਖਸ਼ੋ ਜਿਸ ਨਾਲ ਸਾਡਾ ਉਧਾਰ ਹੋ ਜਾਵੇ। ਗੁਰੂ ਜੀ ਨੇ ਕਿਹਾ, ਸਿੱਖਾਂ ਦੀ ਵਿਸ਼ੇਸ਼ ਸੇਵਾ ਕਰੋ, ਉਹਨਾਂ ਨੂੰ ਕੱਪੜੇ ਸਿਉਂ ਕੇ ਪ੍ਰੇਮ ਨਾਲ ਪਹਿਨਾਓ, ਮੈਲੇ ਹੋਣ ਤੇ ਧੋ ਕੇ ਸਾਫ਼ ਕਰ ਦਿਓ। ਗੁਰਸਿੱਖਾਂ ਤਥਾ ਸਾਧੂ ਸੰਤਾਂ ਦੇ ਕੱਪੜੇ ਸਾਫ਼ ਕਰਨ ਨਾਲ ਤੁਹਾਡਾ ਮਨ ਸਾਫ਼ ਹੋ ਜਾਏਗਾ, ਬੁਰਾਈਆਂ ਦੀ ਮੈਲ ਨਿਕਲ ਜਾਏਗੀ, ਤੁਹਾਡਾ ਗੁਰੂ ਨਾਲ ਮੇਲ ਹੋ ਜਾਏਗਾ। ਸਤਸੰਗ ਕਰਕੇ ਸ਼ਰਧਾ ਨਾਲ ਸੇਵਾ ਤੇ ਨਾਮ ਦਾ ਸਿਮਰਨ ਕਰਿਆ ਕਰੋ। ਗੁਰੂ ਜੀ ਪਾਸ ਇੱਕ ਪੰਧ ਦਾ ਬੁੱਲਾ ਹਾਜ਼ਰ ਹੋਇਆ। ਦਰਸ਼ਨ ਕਰਕੇ ਬੇਨਤੀ ਕੀਤੀ, ਮਹਾਰਾਜ ਮੈਨੂੰ ਬ੍ਰਾਹਮਣ ਜਾਣ ਕੇ ਮੇਰੇ ਪਾਸੋਂ ਕੋਈ ਵੀ ਸੇਵਾ ਨਹੀਂ ਕਰਾਉਂਦਾ, ਮੇਰੀ ਕਲਿਆਣ ਕਿਸ ਤਰ੍ਹਾਂ ਹੋਵੇਗੀ? ਮੈਨੂੰ ਉਪਾਅ ਦੱਸੋ। ਗੁਰੂ ਜੀ ਨੇ ਬਚਨ ਕੀਤਾ, ਤੂੰ ਗੁਰਬਾਣੀ ਦਾ ਪਾਠ ਕਰਿਆ ਕਰ ਅਤੇ ਪ੍ਰੇਮ ਨਾਲ ਕਥਾ ਕਰਕੇ ਸਤਸੰਗ ਨੂੰ ਸੁਣਾਇਆ ਕਰ। ਗੁਰਬਾਣੀ ਲਿਖ ਕੇ ਸਿੱਖਾਂ ਨੂੰ ਦਿਆ ਕਰ। ਜੇ ਕੋਈ ਪ੍ਰੇਮ ਨਾਲ ਕੁਛ ਦੇਵੇ ਤਾਂ ਉਸ ਨੂੰ ਸੰਤੋਖ ਨਾਲ ਪ੍ਰਵਾਨ ਕਰਕੇ ਲੈ ਲਵੋ। ਜੇ ਕੋਈ ਕੁਝ ਨਾ ਦੇਵੇ ਤਾਂ ਉਸ ਪਾਸੋਂ ਕੁਝ ਨਾ ਮੰਗੋ। ਤੇਰੀ ਇਹ ਸੇਵਾ ਬਹੁਤ ਫਲੀਭੂਤ ਹੋ ਕੇ ਤੈਨੂੰ ਗਿਆਨ ਦਾ ਪ੍ਰਕਾਸ਼ ਕਰੇਗੀ। ਇੱਕ ਦਿਨ ਡੱਲੇ ਪਿੰਡ ਦੇ ਵਾਸੀ
ਸਿੱਖਾਂ ਨੂੰ ਜਦ ਪਤਾ ਲੱਗਾ ਕਿ ਗੁਰੂ ਜੀ ਗੋਇੰਦਵਾਲ ਸਾਹਿਬ ਵਾਪਿਸ ਜਾਣ ਵਾਸਤੇ ਤਿਆਰ ਹਨ ਤਾਂ ਉਹ ਸਾਰੇ ਮਿਲ ਕੇ ਗੁਰੂ ਜੀ ਦੇ ਦਰਸ਼ਨ ਕਰਨ ਆਏ। ਗੁਰੂ ਜੀ ਨੇ ਸਾਰਿਆਂ ਨੂੰ ਸੰਬੋਧਨ ਕਰਕੇ ਆਖਿਆ, ਭਾਈ ਤੁਸੀਂ ਗੁਰਪੁਰਬ, ਮੱਸਿਆ ਸੰਗਰਾਂਦ, ਦੀਪਮਾਲਾ, ਵਿਸਾਖੀ ਅਤੇ ਦੁਸਹਿਰੇ ਆਦਿ ਨੂੰ ਸ਼ੁਭ ਦਿਨਾਂ ਸਮੇਂ ਜੋੜ ਮੇਲੇ ਕਰਕੇ ਕੀਰਤਨ ਕਰਿਆ ਕਰੋ ਅਤੇ ਉਤਸ਼ਾਹ ਨਾਲ ਕੜਾਹ ਪ੍ਰਸ਼ਾਦ ਕਰਕੇ ਗੁਰੂ ਨਮਿਤ ਵਰਤਾ ਦਿਆ ਕਰੋ। ਗਰੀਬ ਸਿੱਖ ਜੇ ਨੰਗਾ ਹੋਵੇ ਤਾਂ ਉਸ ਨੂੰ ਬਸਤਰ ਦਿੱਤੇ ਤੇ ਜੇ ਭੁੱਖਾ ਹੋਵੇ ਤਾਂ ਉਸ ਨੂੰ ਰੋਟੀ ਦਿਆ ਕਰੋ। ਜੇ ਕਿਸੇ ਗਰੀਬ ਦਾ ਕੋਈ ਕੰਮ ਅੜ ਜਾਵੇ ਤਾਂ ਇਕੱਠੇ ਹੋ ਕੇ ਉਸ ਦੀ ਸਹਾਇਤਾ ਕਰਿਆ ਕਰੋ, ਉਸ ਦਾ ਕੰਮ ਸਵਾਰ ਦਿਆ ਕਰੋ। ਤੁਹਾਨੂੰ ਵੇਖ ਕੇ ਤੁਹਾਡੇ ਪੁੱਤਰ ਪੋਤਰੇ ਵੀ ਇਸ ਸ਼ੁਭ ਰੀਤੀ ਨੂੰ ਧਾਰਨ ਕਰਕੇ ਆਪਣਾ ਅੱਗਾ ਸਵਾਰ ਲੈਣਗੇ। ਸ੍ਰੀ ਗੁਰੂ ਰਾਮਦਾਸ ਜੀ, ਜਿਨ੍ਹਾਂ ਦਾ ਪਹਿਲਾ ਨਾਮ ਜੇਠਾ ਜੀ ਸੀ, ਲਾਹੌਰ ਤੋਂ ਸੰਗਤ ਦੇ ਨਾਲ ਗੋਇੰਦਵਾਲ ਸ੍ਰੀ ਗੁਰੂ ਅਮਰਦਾਸ ਜੀ ਦੇ ਦਰਸ਼ਨ ਵਾਸਤੇ ਆਏ। ਸੰਗਤ ਭਾਵੇਂ ਦਰਸ਼ਨ ਕਰਕੇ ਵਾਪਸ ਲਾਹੌਰ ਚਲੀ ਗਈ, ਪਰ ਆਪ ਜੀ ਲੰਗਰ ਦੀ ਸੇਵਾ ਬੜੇ ਪ੍ਰੇਮ ਨਾਲ ਰਾਤ ਦਿਨ ਇੱਕ ਕਰਕੇ ਕਰਨ ਲੱਗੇ। ਜਿਹੜਾ ਕੰਮ ਕੋਈ ਆਖਦਾ ਉਸ ਨੂੰ ਸ਼ੀਘਰ ਹੀ ਗੁਰੂ ਜੀ ਦਾ ਹੁਕਮ ਸਮਝ ਕੇ ਬੜੇ ਪ੍ਰੇਮ ਨਾਲ ਸੋਹਣੀ ਤਰ੍ਹਾਂ ਕਰਦੇ। ਇਸ ਤਰ੍ਹਾਂ ਹੀ ਨਿਸ਼ਕਾਮ ਸੇਵਾ ਵਿੱਚ ਕੁਝ ਸਮਾਂ ਆਪ ਜੀ ਦਾ ਬਤੀਤ ਹੋ ਗਿਆ। ਜਦ ਆਪ ਜੀ ਦੀ ਨਿਸ਼ਕਾਮ ਸੇਵਾ ਨੂੰ ਮੇਵਾ ਲੱਗਣ ਦਾ ਸਮਾਂ ਆ ਗਿਆ, ਤਦ ਇੱਕ ਦਿਨ ਬੀਬੀ ਭਾਨੀ ਦੀ ਮਾਤਾ ਜੀ ਨੇ ਗੁਰੂ ਜੀ ਨੂੰ ਕਿਹਾ ਕਿ ਬੀਬੀ ਭਾਨੀ ਮੁਟਿਆਰ ਹੋ ਗਈ ਹੈ, ਇਸ ਵਾਸਤੇ ਕੋਈ ਹਾਨ ਪ੍ਰਵਾਨ ਦਾ ਚੰਗਾ ਵਰ ਲੱਭਣਾ ਚਾਹੀਦਾ ਹੈ। ਦੇਵਨੇਤ ਉਸ ਸਮੇਂ ਸ੍ਰੀ ਜੇਠਾ ਜੀ ਕਾਰ ਸੇਵਾ ਵਿੱਚ ਮਗਨ ਉੱਥੋਂ ਲੰਘ ਰਹੇ ਸਨ। ਮਾਤਾ ਜੀ ਨੇ ਇਹਨਾਂ ਵੱਲ ਇਸ਼ਾਰਾ ਕਰਕੇ ਗੁਰੂ ਜੀ ਨੂੰ ਆਖਿਆ, ਲੜਕਾ ਇਸ ਲੜਕੇ ਵਰਗਾ ਐਡਾ ਕੁ ਚਾਹੀਦਾ ਹੈ। ਤਦ ਗੁਰੂ ਜੀ ਨੇ ਸੇਵਾਦਾਰ ਨੂੰ ਕਿਹਾ ਕਿ ਇਸ ਲੜਕੇ ਨੂੰ ਬੁਲਾ ਲਿਆਓ। ਜਦ ਸੇਵਾਦਾਰ ਸ੍ਰੀ ਜੇਠਾ ਜੀ ਨੂੰ ਸੱਦ ਲਿਆਇਆ ਤਾਂ ਗੁਰੂ ਜੀ ਨੇ ਇਹਨਾਂ ਦੀ ਜਾਤ ਪਾਤ ਅਤੇ ਨਾਮ ਪੁੱਛ ਕੇ ਬੀਬੀ ਭਾਨੀ ਜੀ ਦੀ ਮਾਤਾ ਨੂੰ ਆਖਿਆ ਕਿ ਇਸ ਲੜਕੇ ਵਰਗਾ ਇਹੀ ਲੜਕਾ ਹੈ, ਇਹੀ ਯੋਗ ਵਰ ਹੈ। ਉਪਰੰਤ ਗੁਰੂ ਜੀ ਨੇ ਸ੍ਰੀ ਜੇਠਾ ਜੀ ਨਾਲ ਬੀਬੀ ਭਾਨੀ ਦੀ ਸਗਾਈ ਕਰ ਦਿੱਤੀ ਅਤੇ ਫਿਰ ਯੋਗ ਸਮਾਂ ਵਿਚਾਰ ਕੇ ਵਿਆਹ ਕਰ ਦਿੱਤਾ। ਵਿਆਹ ਉਪਰੰਤ ਸ੍ਰੀ ਜੇਠਾ ਜੀ ਪਹਿਲੇ ਵਾਂਗ ਹੀ ਗੁਰੂ ਜੀ ਦੀ ਸੇਵਾ ਵਿੱਚ ਲੱਗੇ ਰਹੇ। ਗੁਰੂ ਸਾਹਿਬ ਜੀ ਨੇ ਇੱਕ ਦਿਨ ਭਾਈ ਪਾਰੋ ਨੂੰ ਆਖਿਆ ਕਿ ਸੰਗਤਾਂ ਦੇ ਇਸ਼ਨਾਨ ਪਾਉਣ ਵਾਸਤੇ ਇੱਥੇ ਅਸੀਂ ਇੱਕ ਬੌਲੀ ਲਾਉਣਾ ਚਾਹੁੰਦੇ ਹਾਂ। ਇਸ ਵਾਸਤੇ ਸੰਗਤਾਂ ਵੱਲ ਹੁਕਮਨਾਮੇ ਭੇਜ ਦਿਓ ਕਿ ਇਸ ਆਉਣ ਵਾਲੀ ਕੱਤਕ ਦੀ ਪੂਰਨਮਾਸ਼ੀ ਤੋਂ ਪਹਿਲਾਂ ਇੱਥੇ ਪੁੱਜ ਜਾਣ। ਪੂਰਨਮਾਸ਼ੀ ਵਾਲੇ ਦਿਨ ਬੌਲੀ ਦੀ ਪਟਾਈ ਆਰੰਭ ਕਰ ਦਿੱਤੀ ਜਾਏਗੀ। ਆਗਿਆ ਅਨੁਸਾਰ ਭਾਈ ਪਾਰੋ ਨੇ ਦੂਰ ਨੇੜੇ ਦੀਆਂ ਸਭ ਸੰਗਤਾਂ ਨੂੰ ਹੁਕਮਨਾਮੇ ਭੇਜ ਦਿੱਤੇ ਅਤੇ ਨਿਯਤ ਦਿਨ ਉੱਤੇ ਸੰਗਤਾਂ ਗੋਇੰਦਵਾਲ ਆਉਣ ਇਕੱਠੀਆਂ ਹੋਈਆਂ। ਸਭ ਨੇ ਯਥਾ ਸ਼ਕਤ ਭੇਟਾ ਅਰਪਣ ਕਰਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਪੂਰਨਮਾਸ਼ੀ ਵਾਲੇ ਦਿਨ ਸ੍ਰੀ ਗੁਰੂ ਜੀ ਨੇ ਗੁਰੂ ਨਾਨਕ ਸਾਹਿਬ ਦੇ ਅਤੇ ਗੁਰੂ ਅੰਗਦ ਸਾਹਿਬ ਜੀ ਦੇ ਆਰਾਧਨਾ ਕਰਕੇ ਭਾਈ ਬੁੱਢਾ ਜੀ ਤੋਂ ਟੱਕ ਲਵਾ ਕੇ ਬੌਲੀ ਦੀ ਕਾਰ ਪਟਾਈ। ਕੁਝ ਸੰਗਤਾਂ ਮਿੱਟੀ ਪੁੱਟ ਕੇ ਟੋਕਰੀਆਂ ਭਰੀ ਜਾਂਦੀਆਂ ਅਤੇ ਕੁਝ ਟੋਕਰੀਆਂ ਚੁੱਕ ਕੇ ਦਰਿਆ ਵਾਲੇ ਪਾਸੇ ਸੁੱਟੀ ਜਾਂਦੀਆਂ। ਬੌਲੀ ਦੀ ਕਾਰ ਸੰਗਤਾਂ ਬੜੇ ਪ੍ਰੇਮ ਨਾਲ ਕਰ ਹੀ ਰਹੀਆਂ ਸਨ। ਸੇਵਾ ਵਿੱਚ ਹਿੱਸਾ ਪਾਉਣ ਵਾਸਤੇ ਸਿੱਖ ਬੜੇ ਉਤਸ਼ਾਹ ਨਾਲ ਦੂਰ ਤੋਂ ਆਉਣ ਲੱਗੇ। ਇਸ ਤਰ੍ਹਾਂ ਹੀ ਕਾਬਲ ਵਿੱਚ ਇੱਕ ਨੇਮੀ ਪ੍ਰੇਮੀ ਸਿੱਖ ਦੀ ਪਤੀਵਰਤਾ ਇਸਤਰੀ ਨੂੰ ਪਤਾ ਲੱਗਾ ਤਾਂ ਉਹ ਪਤੀਵਰਤਾ ਸ਼ਕਤੀ ਦੇ ਬਲ ਕਰਕੇ ਕਾਬਲ ਤੋਂ ਰੋਜ਼ ਸਵੇਰੇ ਆਣ ਕੇ ਕਾਰ ਸੇਵਾ ਕਰਦੀ ਅਤੇ ਸੰਧਿਆ ਸਮੇਂ ਫਿਰ ਵਾਪਸ ਆਪਣੇ ਘਰ ਕਾਬਲ ਪਹੁੰਚ ਜਾਂਦੀ। ਕੁਝ ਸਿੱਖਾਂ ਨੇ ਵੇਖਿਆ ਕਿ ਇਹ ਮਾਈ ਸੇਵਾ ਕਰਦੀ ਹੋਈ ਕਦੀ ਹੱਥ ਨਾਲ ਹੁਲਾਰਾ ਮਾਰ ਦਿੰਦੀ ਹੈ। ਜਦ ਕੁਝ ਦਿਨ ਇਸ ਤਰ੍ਹਾਂ ਹੀ ਬੀਤ ਗਏ ਤਾਂ ਇੱਕ ਦਿਨ ਸਿੱਖਾਂ ਨੇ ਗੁਰੂ ਜੀ ਨੂੰ ਕਿਹਾ, ਮਹਾਰਾਜ, ਇੱਕ ਮਾਈ ਰੋਜ਼ ਸਵੇਰੇ ਆਣ ਕੇ ਸੰਗਤਾਂ ਨਾਲ ਮਿਲ ਕੇ ਕਾਰ ਸੇਵਾ ਕਰਦੀ ਰਹਿੰਦੀ ਹੈ ਅਤੇ ਸੰਧਿਆ ਸਮੇਂ ਸਾਰਿਆਂ ਦੇ ਵੇਖਦਿਆਂ ਹੀ ਗਾਇਬ ਹੋ ਜਾਂਦੀ ਹੈ। ਇੱਕ ਹੋਰ ਗੱਲ ਵੀ ਇਹ ਮਾਈ ਕਰਦੀ ਹੈ ਕਿ ਕਾਰ ਕਰਦੀ ਆਪਣਾ ਹੱਥ ਫੈਲਾ ਕੇ ਫਿਰ ਪਿੱਛੇ ਕਰ ਲੈਂਦੀ ਹੈ ਅਤੇ ਇਉਂ ਜਾਪਦਾ ਹੈ ਜਿਵੇਂ ਕਿਸੇ ਚੀਜ਼ ਨੂੰ ਹਿਲਾਉਣਾ ਦਿੰਦੀ ਹੈ।
ਸਾਨੂੰ ਸਮਝ ਨਹੀਂ ਆਉਂਦੀ ਕਿ ਇਹ ਮਾਈ ਕੌਣ ਹੈ। ਸਿੱਖਾਂ ਦੀ ਇਹ ਗੱਲ ਸੁਣ ਕੇ ਗੁਰੂ ਜੀ ਨੇ ਮਾਈ ਨੂੰ ਸੱਦ ਕੇ ਪੁੱਛਿਆ ਕਿ ਤੂੰ ਕਿੱਥੋਂ ਆਉਂਦੀ ਹੈ ਅਤੇ ਕੰਮ ਕਰਦੀ ਕਰਦੀ ਹੱਥ ਨਾਲ ਕਿਸ ਚੀਜ਼ ਨੂੰ ਹਿਲਾਉਂਦੀ ਹੈ। ਮਾਈ ਨੇ ਦੱਸਿਆ, ਮਹਾਰਾਜ ਮੈਂ ਸਵੇਰੇ ਕਾਬਲ ਤੋਂ ਆਉਂਦੀ ਹਾਂ, ਕਾਰ ਸੇਵਾ ਕਰਕੇ ਸ਼ਾਮ ਨੂੰ ਘਰ ਚਲੀ ਜਾਂਦੀ ਹਾਂ। ਗੁਰੂ ਜੀ ਨੇ ਕਿਹਾ, ਇਹ ਸ਼ਕਤੀ ਕਿੱਥੋਂ ਲਈ ਹੈ? ਮਾਈ ਨੇ ਕਿਹਾ, ਮਹਾਰਾਜ ਮੈਂ ਆਪਣੇ ਪਤੀਵਰਤਾ ਧਰਮ ਨਾਲ ਪ੍ਰਾਪਤ ਕੀਤੀ ਹੈ। ਇਸ ਦੇ ਬਲ ਨਾਲ ਹੀ ਮੈਂ ਕਾਬਲ ਤੋਂ ਆਉਂਦੀ ਹਾਂ ਅਤੇ ਜਾਂਦੀ ਹਾਂ। ਸਵੇਰੇ ਆਉਣ ਲੱਗੀ ਮੈਂ ਆਪਣੇ ਛੋਟੇ ਬੱਚੇ ਨੂੰ ਪੰਘੂੜੇ ਵਿੱਚ ਸੁਆ ਆਉਂਦੀ ਹਾਂ ਅਤੇ ਫਿਰ ਇੱਥੋਂ ਹੱਥ ਮਾਰ ਕੇ ਪੰਘੂੜੇ ਨੂੰ ਹਿਲਾਉਂਦੀ ਰਹਿੰਦੀ ਹਾਂ, ਜਿਸ ਨਾਲ ਉਹ ਸੁੱਤਾ ਰਹਿੰਦਾ ਹੈ ਅਤੇ ਖੇਡਦਾ ਰਹਿੰਦਾ ਹੈ। ਮਾਈ ਪਾਸੋਂ ਸਾਰਾ ਪ੍ਰਸੰਗ ਸੁਣ ਕੇ ਸਿੱਖਾਂ ਨੇ ਮਾਈ ਨੂੰ ਧੰਨ ਧੰਨ ਆਖਿਆ ਅਤੇ ਗੁਰੂ ਜੀ ਨੇ ਪ੍ਰਸੰਨ ਹੋ ਕੇ ਪਤੀ ਪਤਨੀ ਦਾ ਹਲਤ ਪਲਤ ਸਵਾਰ ਦਿੱਤਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੰਗਤ ਜੀ, ਜੇਕਰ ਤੁਹਾਨੂੰ ਇਹ ਕਥਾ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਿਓ, ਅਤੇ ਜੇਕਰ ਤੁਸੀਂ ਚੈਨਲ 'ਤੇ ਨਵੇਂ ਆਏ ਹੋ ਤਾਂ ਇਸ ਨੂੰ ਸਬਸਕ੍ਰਾਈਬ ਕਰ ਲਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।